ਵਾਹਿਗੁਰੂ ਸਾਹਿਬ ਜੀਓ। ਇੱਕ ਜਾਚਕ ਮੰਗੈ ਦਾਨ ਦੁਆਰੈ, ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ। ਦੇਹੋ ਦਰਸ ਜਿਤ ਮਨ ਤ੍ਰਿਪਤਾਸੈ, ਹਰ ਕੀਰਤਨ ਮਨ ਠਹਿਰਾਇਂਦਾ। ਦੇਹੋ ਦਰਸ ਜਿਤ ਮਨ ਤ੍ਰਿਪਤਾਸੈ, ਹਰ ਕੀਰਤਨ ਮਨ ਠਹਿਰਾਇਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਕਿਰਪਾ ਸਦਕਾ ਚੱਲ ਰਹੀ ਲੜੀਵਾਰ ਧੁਰ ਕੀ ਬਾਣੀ ਦੀ ਵਿਚਾਰ 1076 ਅੰਗ ਉੱਪਰ ਗਰੀਬ ਨਵਾਜ ਜੀ ਦੇ ਬਚਨ ਚੱਲ ਰਹੇ ਹਨ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਤਰੁੱਠ ਕੇ ਦਮਦਮਾ ਸਾਹਿਬ ਦੀ ਧਰਤੀ 'ਤੇ ਖਾਲਸੇ ਪੰਥ ਨੂੰ ਅਗੰਮੀ ਅਰਥ ਬਖਸ਼ਿਸ਼ ਕੀਤੇ। ਸੋ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਹੈ, ਆਪ ਕਿਰਪਾ ਕਰੋ, ਆਪਣੀ ਰਹਿਮਤ ਵਰਤਾ ਕੇ ਅਰਥ ਬਖਸ਼ਿਸ਼ ਕਰੋ। ਸਤਿਗੁਰੂ ਜੀ ਇੱਥੇ ਬਚਨ ਕਰ ਰਹੇ ਹਨ, ਇੱਕ ਜਾਚਕ ਮੰਗੈ ਦਾਨ ਦੁਆਰੈ। ਜਾਚਕ ਦਾ ਅਰਥ ਹੈ ਮੰਗਤਾ। ਮੈਂ ਇੱਕ ਮੰਗਤਾ ਬਣ ਕੇ ਆਪ ਜੀ ਦੇ ਦੁਆਰੇ 'ਤੇ ਆਇਆ। ਮੰਗਤੇ ਦੀ ਅਵਸਥਾ ਵਿੱਚ ਜਾ ਕੇ ਹੀ ਅਕਾਲ ਪੁਰਖ ਦੇ ਘਰੋਂ ਕੁਝ ਮਿਲਦਾ ਹੈ। ਜਾਚਕ ਕੋਈ ਦਿਹਾੜੀਦਾਰ ਨਹੀਂ, ਮੰਗਤਾ ਦਿਹਾੜੀ ਨਹੀਂ ਕਰਦਾ, ਮਿਹਨਤ ਨਹੀਂ ਕਰਦਾ। ਬਸ ਉਹਨੂੰ ਇੱਕ ਖਾਸ ਤਰ੍ਹਾਂ ਦੀ ਅਵਸਥਾ ਜੀਵਨ ਵਿੱਚ ਧਾਰਨ ਕਰਨੀ ਪੈਂਦੀ ਹੈ। ਉਹਦੇ ਕੱਪੜੇ ਪਾਟੇ ਹੋਏ, ਜੁੱਤੀ ਟੁੱਟੀ ਹੋਈ, ਚਿਹਰੇ ਦੇ ਉੱਤੇ ਇੱਕ ਤਰ੍ਹਾਂ ਦੀ ਕੋਈ ਦਾਅਵਾ ਨਹੀਂ ਕਿਸੇ ਚੀਜ਼ 'ਤੇ, ਰਾਤ ਪਤਾ ਨਹੀਂ ਕਿੱਥੇ ਕੱਟੀ, ਇਸ ਤਰ੍ਹਾਂ ਦਾ ਜੀਵਨ ਹੈ ਉਹਦਾ। ਇਹ ਇੱਕ ਅਲੰਕਾਰ ਲਿਆ ਗਿਆ, ਉਹਦਾ ਰੂਪਕ ਲਿਆ ਗਿਆ ਰੂਪ ਵੀ ਇਸ ਤਰ੍ਹਾਂ ਦਾ ਗੁਰਸਿੱਖ ਇੰਨੀ ਨਿਮਰਤਾ ਵਿੱਚ ਹੋਵੇ। ਇੱਥੇ ਇਹ ਨਹੀਂ ਕਿ ਮੰਗਤਾ ਬਣੇ, ਆਪਣੀ ਧਰਮ ਦੀ ਕਿਰਤ ਕਰੇ, ਕੰਮ ਕਰੇ, ਉਹਦੇ ਨਾਲ ਖਾਏ, ਗੁਰੂ ਦਾ ਦਿੱਤਾ ਖਾਏ, ਪਰ ਅੰਦਰ ਇੱਕ ਨਿਮਰਤਾ ਇੰਨੀ ਹੋਵੇ, ਨਿਰਹੰਕਾਰ ਇੰਨਾ ਹੋਵੇ, ਅਤੇ ਇਸ ਤਰ੍ਹਾਂ ਬੇਨਤੀ ਕਰੇ ਅਤੇ ਫਿਰ ਵਾਹਿਗੁਰੂ ਦੇ ਦਰ ਤੋਂ ਦਾਨ ਪੈਂਦਾ, ਭਿੱਖਿਆ ਪੈਂਦੀ ਹੈ ਝੋਲੀ ਦੇ ਅੰਦਰ। ਮਹਾਰਾਜ ਇਸ ਕਰਕੇ ਕਹਿੰਦੇ, ਇੱਕ ਜਾਚਕ ਮੰਗੈ ਦਾਨ ਦੁਆਰੈ। ਤੇਰੇ ਦੁਆਰੇ 'ਤੇ ਖੜ੍ਹੇ ਹੋ ਕੇ ਇੱਕ ਮੰਗਤਾ ਬਣ ਕੇ ਮੈਂ ਇੱਕ ਦਾਨ ਮੰਗ ਰਿਹਾ। ਕੀ ਦਾਨ ਹੈ ਅੱਗੇ ਦੱਸਦੇ ਹਨ, ਕਹਿੰਦੇ, ਜਾਂ ਪ੍ਰਭ ਭਾਵੈ ਤਾਂ ਕਿਰਪਾ ਧਾਰੈ। ਹੁਣ ਅਗਲੇ ਦੇਣ ਵਾਲੇ ਦੇ ਵਿੱਚ ਦਇਆ ਆਉਣੀ ਚਾਹੀਦੀ, ਉਹਦੇ ਮਨ ਦੇ ਵਿੱਚ। ਉਹ ਦਇਆ ਉਹਦੀ ਮਰਜ਼ੀ ਆਵੇ ਕਿ ਨਾ ਆਵੇ, ਨਾ ਆਵੇ ਤਾਂ ਦਰਵਾਜ਼ਾ ਬੰਦ ਕਰ ਦੇ ਵੀ ਜਾ, ਨਹੀਂ ਦੇਣਾ ਤੈਨੂੰ ਦਾਨ। ਇਹ ਵੀ ਗੁਰੂ ਦੀ ਮਰਜ਼ੀ ਹੈ ਕਿ ਸਿੱਖ ਦੀ ਦਾਨ ਝੋਲੀ ਵਿੱਚ ਪਾਉਣਾ ਹੈ ਕਿ ਨਹੀਂ ਪਾਉਣਾ, ਕੋਈ ਦਾਅਵਾ ਨਹੀਂ। ਜੇ ਉਹਨੂੰ ਚੰਗਾ ਲੱਗਦਾ ਤਾਂ ਕਿਰਪਾ ਕਰਦਾ। ਉਹ ਮੰਗਤਾ ਫਿਰ ਰੱਬੀ ਮੰਗਤਾ, ਜਿਹੜਾ ਕੀ ਮੰਗਦਾ ਹੈ ਦਰਵੇਸ਼, ਦੇਹੋ ਦਰਸ ਜਿਤ ਮਨ ਤ੍ਰਿਪਤਾਸੈ, ਹਰ ਕੀਰਤਨ ਮਨ ਠਹਿਰਾਇਂਦਾ। ਆਪ ਜੀ ਕਿਰਪਾ ਕਰਕੇ ਆਪਣਾ ਦਰਸ਼ਨ ਬਖਸ਼ਿਸ਼ ਕਰੋ,
और कीर्तन की दात बख्शिश करो, यानी कि आप अपनी उस्तत की दात बख्शो। बाणी सारी वाहगुरू की उस्तत है। बाणी का पाठ कर लीए, बाणी का कीर्तन सुन लीए, कर लीए, बाणी की कथा सुन लीए, ये कीर्तन है सारा। इनू कहते बख्शिश करो महाराज, अपना दर्शन बख्शिश करो। रूड़ो ठाकुर कितै वस ना आवे। रूड़ो का मतलब सोहना। ठाकुर ठकुराई जी की सरदारी बहुत वड्डी है, हिरदे नूं धीरज देण वाला। कहंदे होर किसे काम दे नाल वस विच नहीं आउंदा, भावें कोई किन्ना यतन कर लै। हर सो किछ करे जे हर क्या संतां भावै। ये बड़ी अजीब खेड है। अकाल पुरख हरि वाहगुरू नूं वो चंगा लगदा है जो उहदे संतां नूं चंगा लगदा है। इन्ना उन्हां दे वस विच हो जांदा है, इन्ना उन्हां नूं प्यार करदा है कि जो वो चाहण उही करी जांदा है। कीता लोड़न सोई करायण। क्या कमाल है। जो वो कराउणा चाहुंदे ने वो ही करा लैंदे ने, जो उन्हां दी मर्जी। हाँ, पर यह वेखना भी वो उन्हां दी भी एक खास एक उन्हां दी पोजीशन है, एक अवस्था है। वो नहीं इस तरह दावा नहीं करते, धक्का नहीं करते। पर जे कदी कदी हो जाता इस तरह भाई, जे कई बारी दुनिया के लोग बहुता तंग करन ते फिर खूंडा बहुत तगड़ा इन्हां कोल। एक बारी जिथे लकीर वाह दी फिर मजाल की हिल जाए कोई, पर फिर भी हुक्म विच वरतदे हन। इसलिए महाराज कहंदे दर फेर ना कोई पाएंदा। उन्हां दी कही हुई गल नूं कोई फेर नहीं सकदा, कोई रोक नहीं सकदा, किसी की कोई ताकत नहीं है। जिथै औगट आए बनत है प्राणी। जिस थां ते बड़ी औखी घड़ी आण बनदी है, कोई इस तरह का समा बन जाता है प्राणी, हे मनुख। तिथै हर ध्याईऐ सारंग पाणी। उत्थे शक्तिशाली धनुखधारी परमेश्वर नूं पावरफुल शब्द शक्ति दे नाल भरपूर वाहिगुरू नूं ध्याउणा चाहीदा है। जिथै पुत्र कलत्र ना बेली कोई, तिथै हर आप छडाएंदा। वो अवस्था जिथे पुत्रां दा हत्थ नहीं पैंदा, जिथे इस्त्री दा हत्थ नहीं पैंदा, जिथे कोई बेली नहीं बनता, कोई दोस्त नहीं बनता, उत्थे वाहिगुरू आप छडाउंदा, क्योंकि वो सर्व व्यापक परम समर्थ है। वड्डा साहिब अगम अपाथाह। वो वड्डा साहिब अपहुँच है और उहदा कोई अंत नहीं लभ सकदा। वड्डा साहिब अगम अथाह, क्यों मिलिया प्रभ वे परवाह। ऐसे वाहिगुरू नूं किवें मिलिया जाए जो बड़ा बेपरवाह है। काट सिलक जिस मार्ग पाए, सो विच संगत वासा पाएंदा। जिहदी सिलक मैंने रस्सी, भाव मोह दी सिलक, जिहड़ी संसार दे नाल गूढ़ा मन दा स्नेह है, वो रस्सी जिहदी कट दित्ती वाहिगुरू ने, उहनूं मार्ग सीधे राह ते पाता, ज्ञान दे मार्ग ते। वो फिर शब्द की संगत विच निवास प्राप्त कर लैंदा है। वाहिगुरू दे चरनां दे विच गुरमुखां दी संगत विच वासा करदा। हुक्म बूझै सो सेवक कहीऐ। पर सेवक किहनूं कहीदा? सेवक ये नहीं भी पावर मिल गई तो हुण मन मर्जियां करी जाओ। पिछे कह ना भी जो चाहण वो ही करा लैंदे ने। ये तो गल वक्री है। हुण सुप्रीम कोर्ट का जज होवे तो एक पक्षों तो कहीए भी वह मुंडा, वह पुत्र जिहड़ा उहनूं कहे भी बापू आ फैसला इस तरह करना है, चल भी सकदा। पर वह पुत्र सियाणा हुंदा है, उहनूं भी तो पढ़ाई होवेगा ना सुप्रीम कोर्ट के जज ने। वो ये सीधा नहीं कहता भी सवेरे उठ के आ कर दे, सवेरे आ फैसला कर दे। उन्होंने पता है मेरे बापू नूं, जज नूं करन लग्गियां बड़ियां फाइलां वेखणियां पैणियां ने। जे अन्याय करांगा तो बेतरतीबी हो जाएगी दुनिया दे विच, उथल पुथल हो जाएगी।
ਇਸ ਲਈ ਕਿਹਦੀ ਉੱਥੇ ਗੱਲ ਚੱਲਦੀ ਹੈ ਦਰਗਾਹ ਦੇ ਵਿੱਚ, ਜਿੰਨਾ ਹੁਕਮ ਬੁੱਝ ਲਿਆ। ਪਾਵਰ ਇਹ ਮਿਲਦੀ ਉਹਨਾਂ ਨੂੰ ਹੈ, ਦੂਜਿਆਂ ਨੂੰ ਮਿਲਦੀ ਨਹੀਂ। ਜਿਨ੍ਹਾਂ ਨੂੰ ਹੁਕਮ ਦਾ ਪਤਾ ਲੱਗ ਗਿਆ ਹੈ ਕਿ ਕੀ ਹੋਣਾ ਚਾਹੀਦਾ ਹੈ, ਉਹ ਉਸ ਤਰ੍ਹਾਂ ਹੀ ਕਰਦੇ ਨੇ। ਹਾਂ, ਕਿਤੇ ਕਿਤੇ ਮੈਂ ਪਹਿਲਾਂ ਕਹਿ ਚੁੱਕਾ ਵੀ ਕਦੀ ਕਦਾਈ ਫਿਰ ਜਿਵੇਂ ਕਹਿੰਦੇ ਵੀ ਜੋਸ਼ ਵਿੱਚ ਆ ਕੇ ਸਾਧੂ ਵੀ ਕਈ ਵਾਰੀ ਕਹਿੰਦਾ ਵੀ ਆ ਜਾ ਫਿਰ ਇੱਧਰ, ਨਹੀਂ ਤੂੰ ਖਲੋਂਦਾ, ਤੇ ਉਹ ਵੀ ਕੰਮ ਹੁੰਦਾ, ਕਿਤੇ ਕਿਤੇ ਹੁੰਦਾ, ਕਦੀ ਕਦੀ ਰੋਜ਼ ਨਹੀਂ। ਸਾਦੇ ਸਿੱਧੇ ਰਹਿੰਦੇ ਨੇ। ਜਿਹੜਾ ਹੁਕਮ ਬੁੱਝਦਾ ਉਹਨੂੰ ਸੇਵਕ ਕਹੀਦਾ। ਬੁਰਾ ਭਲਾ ਦੋਏ ਸਮਸਰ ਸਹੀ ਹੈ। ਜੇ ਉਹਨੂੰ ਪੁੱਛੋ ਵੀ ਜੇ ਤੇਰੇ ਨਾਲ ਕੋਈ ਬੁਰਾ ਕਰੇ ਤੇ ਸਾਰੇ ਬੰਦੇ ਮਾਰ ਦੇਂਗਾ ਤੂੰ, ਸਾਡੇ ਵਰਗਾ ਤੇ ਹੋਵੇ ਨਾ। ਜੇ ਸਾਨੂੰ ਕਿਤੇ ਬ੍ਰਹਮ ਗਿਆਨੀ ਸਾਧੂ ਵਾਲੀ ਸ਼ਕਤੀ ਮਿਲ ਗਈ ਤੇ ਰੋਟੀ ਸਾਰਿਆਂ ਨੂੰ ਮਾਰ ਕੇ ਖਾਵਾਂਗੇ, ਕੋਈ ਨਹੀਂ ਛੱਡਦੇ, ਆਂਢੀ ਗੁਆਂਢੀ ਸਭ ਕੋਠੇ ਸਾਫ਼। ਪਰ ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਬੁਰਾ ਭਲਾ ਇਹ ਚੱਲ ਰਿਹਾ, ਵਾਹਿਗੁਰੂ ਦੀ ਸ੍ਰਿਸ਼ਟੀ ਚੱਲ ਰਹੀ ਹੈ, ਇਹਦੇ ਸਮਸਰ ਇਹਦੇ ਵਿੱਚ ਸਹਿਣ ਕਰਦੇ ਨੇ, ਉਹ ਆਪਣੇ ਉੱਤੇ ਸਹਿਣ ਕਰਦੇ ਨੇ ਹਰ ਇੱਕ ਗੱਲ ਨੂੰ। ਹਉ ਮੈਂ ਜਾਏ ਤਾਂ ਏਕੋ ਬੂਝੈ, ਸੋ ਗੁਰਮੁਖ ਸਹਿਜ ਸਮਾਏਂਦਾ। ਇਸ ਤਰ੍ਹਾਂ ਜਿਹੜਾ ਗੁਰਮੁਖ ਹੈ, ਜਿਹਦੇ ਅੰਦਰੋਂ ਹਉਮੈ ਚਲੀ ਗਈ, ਉਹਨੇ ਇੱਕ ਨੂੰ ਬੁੱਝ ਲਿਆ, ਇੱਕ ਨੂੰ ਆਪਣੇ ਅੰਦਰ ਜਾਣ ਲਿਆ। ਉਹ ਗੁਰਮੁਖ ਗੁਰੂ ਦੀ ਕਿਰਪਾ ਨਾਲ ਸਹਿਜ ਅਵਸਥਾ ਦੇ ਵਿੱਚ ਟਿਕ ਜਾਂਦਾ ਹੈ। ਹਰ ਕੇ ਭਗਤ ਸਦਾ ਸੁਖ ਵਾਸੀ। ਵਾਹਿਗੁਰੂ ਦੇ ਜਿਹੜੇ ਭਗਤ ਹਨ ਉਹ ਸਦਾ ਸੁਖ ਆਨੰਦ ਦੇ ਵਿੱਚ ਉਹਨਾਂ ਦਾ ਨਿਵਾਸ ਬਣਿਆ ਰਹਿੰਦਾ ਹੈ। ਬਾਲ ਸੁਭਾਏ ਅਤੀਤ ਉਸ ਉਦਾਸੀ। ਬਾਲ ਸੁਭਾਏ, ਉਹਨਾਂ ਦਾ ਸੁਭਾਅ ਜਿਹੜਾ ਬੱਚਿਆਂ ਵਰਗਾ ਹੁੰਦਾ ਹੈ, ਵੈਰ ਈਰਖਾ ਨਹੀਂ ਕਰਦੇ ਕਿਸੇ ਦੇ ਨਾਲ। ਅਤੇ ਅਤੀਤ, ਮਾਇਆ ਤੋਂ ਉਲੰਘੇ ਹੋਏ, ਅੱਗੇ ਨਿਕਲੇ ਹੋਏ। ਉਦਾਸੀ ਦਾ ਮਤਲਬ ਸੰਸਾਰ ਦੇ ਪਦਾਰਥਾਂ ਨਾਲ ਜਿਨ੍ਹਾਂ ਦਾ ਮੋਹ ਨਹੀਂ ਰਹਿੰਦਾ। ਅਨੇਕ ਰੰਗ ਕਰਹਿ ਬਹੁ ਭਾਂਤੀ, ਜਿਉ ਪਿਤਾ ਪੂਤ ਲਾਡਾਏਂਦਾ। ਅਨੇਕ ਤਰ੍ਹਾਂ ਦੇ ਅਕਾਲ ਪੁਰਖ ਉਹਨਾਂ ਦੇ ਨਾਲ ਲਾਡ ਕਰਦਾ ਹੈ। ਜਿਵੇਂ ਪਿਤਾ ਆਪਣੇ ਪੁੱਤਰ ਨੂੰ ਚੁੱਕ ਕੇ ਗੋਦੀ ਦੇ ਵਿੱਚ ਕਦੀ ਉਹਨੂੰ ਕੋਈ ਕੁਝ ਕਰਦਾ ਹੈ, ਕਦੀ ਉਹਦੀ ਬੋਲੀ ਵਿੱਚ, ਕਦੀ ਉਹਨੂੰ ਸਾਧ ਸੰਗਤ ਜੀ ਇਸ ਤਰ੍ਹਾਂ ਖਿਡਾਉਂਦਾ ਹੈ। ਇਸ ਤਰ੍ਹਾਂ ਬੜਾ ਪਿਆਰ ਅਨੇਕ ਰੰਗਾਂ ਦੇ ਨਾਲ, ਕਈ ਤਰ੍ਹਾਂ ਦੇ ਨਾਲ ਕਰਦਾ ਅਕਾਲ ਪੁਰਖ। ਅਗਮ ਅਗੋਚਰ ਕੀਮਤ ਨਹੀਂ ਪਾਈ। ਵਾਹਿਗੁਰੂ ਦੀ ਕੋਈ ਕੀਮਤ, ਉਹਨੂੰ ਕੋਈ ਮਿਣ ਨਹੀਂ ਸਕਦਾ, ਕੋਈ ਉਹਦੇ ਤੱਕ ਪਹੁੰਚ ਨਹੀਂ ਸਕਦਾ। ਅਪਹੁੰਚ ਹੈ, ਪਕੜ ਰਹਿਤ ਹੈ। ਤਾਂ ਮਿਲਿਆ ਜਾਂ ਲੈ ਮਿਲਾਈ। ਉਹੀ ਮਿਲ ਸਕਦਾ ਜਿਹਨੂੰ ਆਪ ਹੀ ਖਿੱਚ ਕੇ ਆਪਣੇ ਵੱਲ ਲੈ ਆਵੇ। ਗੁਰਮੁਖ ਪ੍ਰਗਟ ਭਇਆ ਤਿਨ ਜਨ ਕੋ, ਜਿਨ ਧੁਰ ਮਸਤਕ ਲੇਖ ਲਿਖਾਏਂਦਾ। ਗੁਰੂ ਦੀ ਕਿਰਪਾ ਨਾਲ ਉਸ ਗੁਰਮੁਖ ਦੇ ਮਸਤਕ 'ਤੇ ਉਹ ਪ੍ਰਗਟ ਹੋਇਆ ਹੈ। ਜਿਹੜੇ ਜਨ ਨੂੰ ਧੁਰੋਂ ਹੀ ਮਸਤਕ 'ਤੇ ਮੋਹਰ ਲੱਗ ਗਈ ਹੈ। ਮੋਹਰ ਕਿਹਦੇ ਤੋਂ ਲੱਗਦੀ? ਗੁਰੂ ਸਾਹਿਬ ਲਾਉਂਦੇ ਮੋਹਰ। ਗੁਰੂ ਸਾਹਿਬ ਮੋਹਰ ਲਾਉਂਦੇ ਤਾਂ ਪ੍ਰਗਟ ਹੁੰਦਾ ਵਾਹਿਗੁਰੂ ਅਕਾਲ ਪੁਰਖ। ਤੂੰ ਆਪੇ ਕਰਤਾ ਕਾਰਨ ਕਰਨਾ। ਤੂੰ ਆਪ ਹੀ ਕਰਤਾ ਹੈ, ਕੰਮ ਕਰਨ ਵਾਲਾ, ਸਾਰੇ ਐਕਟੀਵੇਟ ਹੁੰਦਾ ਸਾਰੇ ਥਾਵਾਂ 'ਤੇ। ਤੂੰ ਆਪ ਹੀ ਕਾਰਨ ਬਣਾਉਣਾ ਸਾਰੇ ਕੰਮਾਂ ਦੇ। ਸ੍ਰਿਸ਼ਟ ਉਪਾਏ ਧਰੀ ਸਭ ਧਰਨਾ। ਸ੍ਰਿਸ਼ਟ ਪੈਦਾ ਕਰਕੇ, ਸ੍ਰਿਸ਼ਟੀ ਪੈਦਾ ਕਰਕੇ, ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਇਹ ਸਾਰੀ ਸ੍ਰਿਸ਼ਟੀ ਪੈਦਾ ਕਰਕੇ ਇਹਦਾ ਜਿਹੜਾ ਹੈ ਆਧਾਰ ਬਣਾਇਆ ਹੈ ਸ਼ਬਦ ਨੂੰ, ਧਰਨਾ, ਧਰਤੀ ਦਾ ਆਸਰਾ ਬਣਾਇਆ ਸ੍ਰਿਸ਼ਟੀ ਦਾ। ਜਨ ਨਾਨਕ ਸਰਣ ਪਿਆ ਹਰ ਦੁਆਰੈ, ਹਰ ਭਾਵੈ ਲਾਜ ਰਖਾਏਂਦਾ। ਮਹਾਰਾਜ ਗਰੀਬ ਨਵਾਜ ਜੀ ਕਹਿੰਦੇ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਫਰਮਾਉਂਦੇ ਨੇ, ਜਿਹੜਾ ਸ਼ਰਨ ਪੈ ਗਿਆ ਹਰੀ ਦੇ ਦੁਆਰੇ, ਵਾਹਿਗੁਰੂ ਦੇ ਦਰ 'ਤੇ, ਉਹ ਹਰੀ ਨੂੰ ਭਾਉਂਦਾ ਹੈ ਅਤੇ ਉਹਦੀ ਲਾਜ ਰੱਖਦਾ ਅਕਾਲ ਪੁਰਖ ਵਾਹਿਗੁਰੂ। ਮਾਰੂ ਸੋਲ੍ਹੇ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਰੂ ਰਾਗ ਵਿੱਚ ਅੱਗੇ ਫਿਰ 16 ਅੰਗਾਂ ਦੇ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਇੱਕ ਓਅੰਕਾਰ ਜੋ ਸਰਬ ਵਿਆਪਕ ਪ੍ਰਕਾਸ਼ ਔਰ ਧੁਨੀ ਰੂਪ ਹੈ, ਸਰਬ ਥਾਵਾਂ 'ਤੇ ਸਥਾਪਿਤ ਹੈ, ਸਤਿਗੁਰ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ। ਜੋ ਦੀ ਸਹਿ ਸੋ ਏਕੋ ਤੂੰ ਹੈ।
ਦਿਵ ਦ੍ਰਿਸ਼ਟੀ ਦਾ ਸ਼ਬਦ ਹੈ। ਦਿਵ ਦ੍ਰਿਸ਼ਟੀ ਮਤਲਬ ਇਹ ਅੱਖਾਂ ਤੋਂ ਬਿਨਾਂ ਸੁਰਤ ਦੀ ਅੱਖ ਦਾ ਖੁੱਲ੍ਹ ਜਾਣਾ, ਉਹਦੇ ਵਿੱਚੋਂ ਇਹ ਦਿਸ ਰਿਹਾ ਹੈ। ਇਹਨਾਂ ਅੱਖਾਂ ਨਾਲ ਸਾਰੇ ਥਾਵਾਂ 'ਤੇ ਦਿਸ ਹੀ ਨਹੀਂ ਸਕਦਾ। ਇਹ ਵਿਗਿਆਨਿਕ ਵੀ ਨਹੀਂ ਹੈ। ਇਹ ਵਿਗਿਆਨਿਕ ਹੀ ਨਹੀਂ ਕਿ ਇਹਨਾਂ ਅੱਖਾਂ ਨਾਲ ਸਾਰੇ ਥਾਵਾਂ 'ਤੇ ਰੱਬ ਦਿਸ ਜਾਏ। ਹਾਂ, ਜੇ ਉਹ ਸੁਰਤ ਦੀ ਦ੍ਰਿਸ਼ਟੀ ਖੁੱਲ੍ਹ ਜਾਏ ਫਿਰ ਇਹਨਾਂ ਨੂੰ ਵੀ, ਇਹਨਾਂ ਦੇ ਵਿੱਚੋਂ ਵੀ ਫਿਰ, ਕਿਉਂਕਿ ਉਹ ਸਾਰੇ ਥਾਵਾਂ 'ਤੇ ਫਿਰ ਉਹ ਵਿਆਪ ਜਾਂਦੀ, ਅੱਖਾਂ ਵਿੱਚ, ਮੂੰਹ ਵਿੱਚ, ਸਾਰੇ ਥਾਵਾਂ 'ਤੇ ਉਹ ਅੱਖ ਖੁੱਲ੍ਹ ਜਾਂਦੀ ਹੈ। ਕੰਨ ਵੀ ਸੁਣਨ ਲੱਗ ਪੈਂਦੇ ਕਈ ਕੁਝ, ਮੂੰਹ ਵੀ ਕੁਝ ਅਗਮ ਬਾਤਾਂ ਜਿਹੜੀਆਂ ਗੱਲਾਂ ਕਰਨ ਲੱਗ ਪੈਂਦਾ, ਔਰ ਅੱਖਾਂ ਵੀ ਕਈ ਅਨੇਕ ਤਰ੍ਹਾਂ ਨਾਲ ਵੇਖਣ ਲੱਗ ਪੈਂਦੀਆਂ। ਤਾਂ ਜੋ ਦਿਸੈ ਸੋ ਏਕੋ ਤੂੰ ਹੀ, ਜੋ ਵੀ ਨਜ਼ਰ ਆਉਂਦਾ ਇੱਕ ਵਾਹਿਗੁਰੂ ਦਾ ਸਰੂਪ ਜਲਵਾ ਨਜ਼ਰ ਆ ਰਿਹਾ ਸਭ ਥਾਵਾਂ 'ਤੇ। ਬਾਣੀ ਤੇਰੀ ਸਰਵਣ ਸੁਣੀ ਹੈ, ਉਸ ਅਵਸਥਾ ਦੇ ਵਿੱਚ ਜਿੱਥੇ ਇੱਕੋ ਨਜ਼ਰ ਆਉਂਦਾ ਹੈ, ਜਿਵੇਂ ਅੱਖਾਂ ਨੂੰ ਇੱਕ ਨਜ਼ਰ ਆਉਂਦਾ ਹੈ, ਇਸ ਤਰ੍ਹਾਂ ਕੰਨਾਂ ਨੂੰ ਵੀ ਕੋਈ ਵੀ ਆਵਾਜ਼ ਆਵੇ ਉਹਦੇ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਪੱਖਾ ਚੱਲੇ ਉਹਦੇ ਵਿੱਚੋਂ ਤੁਸੀਂ ਵੇਖੋ, ਕਿਉਂਕਿ ਸਾਡੇ ਅੰਦਰ ਜੇ ਚੱਲ ਪਿਆ ਨਾ ਸ਼ਬਦ ਜਿਹੜਾ, ਗੱਡੀ ਚਲਾਓਗੇ ਉਹਦੀ ਆਵਾਜ਼ ਵਿੱਚੋਂ ਆ ਜਾਏਗੀ, ਹਵਾਈ ਜਹਾਜ਼ ਲੰਘੇਗਾ ਉਹਦੇ ਵਿੱਚੋਂ, ਬੱਦਲ ਕੜਕੇਗਾ ਉਹਦੇ ਵਿੱਚੋਂ, ਮੀਂਹ ਪਏਗਾ ਉਹਦੇ ਵਿੱਚੋਂ, ਹਵਾ ਚੱਲੇਗੀ ਉਹਦੇ ਵਿੱਚੋਂ, ਸਾਰੇ ਥਾਵਾਂ 'ਤੇ, ਸਾਰਿਆਂ ਥਾਵਾਂ ਤੋਂ ਤੇਰੀ ਹੀ ਆਵਾਜ਼ ਆ ਰਹੀ ਹੈ। ਦੂਜੀ ਅਵਰ ਨਾ ਜਾਪ ਸਕਾਈ, ਹੋਰ ਕੋਈ ਬੋਲਦਾ ਨਜ਼ਰ ਹੀ ਨਹੀਂ ਆਉਂਦਾ, ਹੋਰ ਕੋਈ ਦਿਸਦਾ ਹੀ ਨਹੀਂ, ਸੁਣਦਾ ਹੀ ਨਹੀਂ, ਹੋਰ ਇੱਕੋ ਹੀ ਦਿਸਦਾ ਅਤੇ ਇੱਕੋ ਹੀ ਸੁਣਦਾ। ਸਗਲ ਤੁਮਾਰੀ ਧਾਰਨਾ, ਇਹ ਸਾਰਾ ਕੁਝ ਜਿਹੜਾ ਤੁਹਾਡੀ ਧਾਰਨਾ ਬਣ ਜਾਂਦੀ ਹੈ। ਧਾਰਨਾ ਆਪਾਂ ਕਹਿੰਦੇ ਧਾਰਨਾ, ਧਾਰਨਾ ਯਾਨੀ ਕਿ ਗਾਉਣਾ। ਇਹ ਸਾਰਾ ਕੁਝ ਤੇਰਾ ਗੀਤ ਹੀ ਬਣ ਜਾਂਦਾ ਹੈ, ਤੇਰੀ ਹੀ ਆਵਾਜ਼ ਬਣ ਜਾਂਦੀ ਹੈ, ਤੇਰਾ ਹੀ ਆਸਰਾ ਹੈ ਇਹਨਾਂ ਨੂੰ। ਆਪ ਚਿਤਾਰੇ ਆਪਣਾ ਕੀਆ, ਆਪ ਹੀ ਵਾਹਿਗੁਰੂ ਆਪਣੀ ਕੀਤੀ ਹੋਈ ਸ੍ਰਿਸ਼ਟੀ ਦਾ ਚੇਤਾ ਰੱਖਦਾ, ਇੱਕ ਇੱਕ ਬੰਦੇ ਦਾ ਉਹਨੂੰ ਚੇਤਾ ਪਤਾ ਕਿੱਥੇ ਰਹਿ ਰਿਹਾ। ਆਪੇ ਆਪ ਪ੍ਰਭ ਥੀਆ, ਆਪੇ ਆਪ ਹੀ ਸਾਰੇ ਥਾਵਾਂ 'ਤੇ ਮੌਜੂਦ ਪ੍ਰਭੂ ਦਿਸਿਆ ਹੈ, ਉਹਦਾ ਦਰਸ਼ਨ ਹੋ ਰਿਹਾ ਹੈ। ਆਪ ਉਪਾਏ ਰਚਿਓਨ ਪਸਾਰਾ, ਆਪੇ ਘਟ ਘਟ ਸਾਰਣਾ, ਆਪਣੇ ਆਪ ਨੂੰ ਆਪ ਪੈਦਾ ਕਰਕੇ ਸ੍ਰਿਸ਼ਟੀ ਰਚੀ ਹੈ, ਪਸਾਰਾ ਕੀਤਾ ਆਪਣੇ ਸ਼ਬਦ ਤੋਂ, ਔਰ ਹਰ ਇੱਕ ਘਟ ਦੇ ਵਿੱਚ ਸਾਰਣਾ ਬਿਲਕੁਲ ਨੇੜੇ ਹੈ, ਕੋਲ ਹੈ, ਹਜ਼ੂਰ ਦੇ ਵਿੱਚ ਹੈ, ਅੰਗ ਸੰਗ ਹੈ। ਇੱਕ ਉਪਾਏ ਵੱਡ ਦਰਬਾਰੀ, ਇਹ ਉਹਦੀ ਚੋਜ ਖੇਡ ਹੈ ਕਿ ਇੱਕ ਲੋਕ ਇਸ ਤਰ੍ਹਾਂ ਦੇ ਨੇ ਜਿਹੜੇ ਬੜੇ ਵੱਡੇ, ਜਿਨ੍ਹਾਂ ਨੇ ਬੜਾ ਦੌਲਤ ਇਕੱਠੀ ਕਰ ਲਈ ਹੈ, ਬੜੇ ਕੋਠੀਆਂ ਹਵੇਲੀਆਂ, ਬੜੇ ਦਰਬਾਰ ਲੱਗੇ ਹੋਏ ਨੇ ਉਹਨਾਂ ਦੇ। ਇੱਕ ਉਦਾਸੀ ਇੱਕ ਘਰ ਬਾਰੀ, ਇੱਕ ਤੂੰ ਉਦਾਸੀ ਪੈਦਾ ਕਰ ਦਿੱਤੇ, ਘਰ ਤੋਂ ਉਦਾਸ ਰਹਿਣ ਵਾਲੇ ਗ੍ਰਸਤ ਤੋਂ ਉਪਰਾਮ, ਅਤੇ ਇੱਕ ਘਰ ਬਾਰ ਵਾਲੇ ਪੈਦਾ ਕਰ ਦਿੱਤੇ ਗ੍ਰਸਤੀ। ਇੱਕ ਭੂਖੇ ਇੱਕ ਤ੍ਰਿਪਤ ਅਗਾਏ, ਸਭ ਸੈ ਤੇਰਾ ਪਾਰਣਾ, ਇੱਕ ਤੂੰ ਭੁੱਖੇ ਨੰਗੇ ਪੈਦਾ ਕਰ ਦਿੱਤੇ ਨੇ, 2 ਟਾਈਮ ਦੀ ਰੋਟੀ ਨਹੀਂ ਮਿਲਦੀ ਉਹਨਾਂ ਨੂੰ। ਇੱਕ ਰੱਜੇ ਹੋਏ ਤ੍ਰਿਪਤ ਅਗਾਏ ਹੋਏ ਨੇ, ਪਰ ਸਾਰਿਆਂ ਨੂੰ ਤੇਰਾ ਹੀ ਪਾਰਣਾ, ਪਾਰਣਾ ਮੈਨੇ ਪਰਨਾ, ਪਰਨਾ ਮੈਨੇ ਆਸਰਾ, ਤੇਰਾ ਆਸਰਾ ਹੈ ਸਾਰਿਆਂ ਨੂੰ। ਆਪੇ ਸਤ 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 ਸਾਚਾ, ਆਪ ਹੀ ਵਾਹਿਗੁਰੂ ਤਿੰਨਾਂ ਸਮਿਆਂ ਦੇ ਵਿੱਚ ਸਦਾ ਕਾਇਮ ਰਹਿਣ ਵਾਲਾ, ਲੰਘੇ ਵਿੱਚ, ਵਰਤਮਾਨ ਵਿੱਚ, ਆਉਣ ਵਾਲੇ ਵਿੱਚ, ਸਦਾ ਹੀ ਕਾਇਮ ਰਹਿੰਦਾ ਹੈ ਉਹਦਾ ਪ੍ਰਕਾਸ਼। ਓਤ ਪੋਤ ਭਗਤਨ ਸੰਗ ਰਾਚਾ, ਆਪਣੇ ਭਗਤਾਂ ਦੇ ਨਾਲ ਇਸ ਤਰ੍ਹਾਂ ਪਰੋਇਆ ਹੋਇਆ ਹੈ ਜਿਵੇਂ ਕਿਸੇ ਕੱਪੜੇ ਦੇ ਉੱਤੇ ਫੁੱਲ ਕੱਢਿਆ ਹੋਵੇ, ਧਾਗਾ ਲੈ ਕੇ ਕਢਾਈ ਕੀਤੀ ਹੋਵੇ, ਓਤ ਪ੍ਰੋਤ ਪਰੋਇਆ ਹੋਵੇ, ਰਚਿਆ ਰਹਿੰਦਾ ਹੈ। ਆਪੇ ਗੁਪਤ ਆਪੇ ਹੈ ਪ੍ਰਗਟ, ਆਪਣਾ ਆਪ ਪਸਾਰਣਾ, ਉਹ ਆਪ ਗੁਪਤ ਰੂਪ ਦੇ ਵਿੱਚ, ਸੁੰਨ ਰੂਪ ਦੇ ਵਿੱਚ, ਆਪ ਗੁਪਤ ਰੂਪ ਦੇ ਵਿੱਚ ਹੈ, ਅਤੇ ਪ੍ਰਗਟ ਰੂਪ ਦੇ ਵਿੱਚ, ਸ਼ਬਦ ਦੇ ਰੂਪ ਵਿੱਚ ਪ੍ਰਗਟ ਹੋ ਜਾਂਦਾ ਹੈ, ਔਰ ਆਪਣਾ ਪਸਾਰਾ ਆਪ ਹੀ ਕਰੀ ਜਾਂਦਾ ਹੈ। ਸਦਾ ਸਦਾ ਸਦ ਹੋਵਣ ਹਾਰਾ, ਜਿਹੜਾ ਸਦਾ ਹੀ ਰਹਿੰਦਾ ਹੈ, ਕਦੀ ਉਹਦੀ ਸਮਾਪਤੀ ਨਹੀਂ ਹੈ, ਉਹ ਸਦਾ ਹੀ ਸਦ ਜੀਵਨ ਹੈ ਅਕਾਲ ਪੁਰਖ ਦੇ ਕੋਲ। ਉੱਚਾ ਅਗੰਮ ਅਥਾਹੋ ਅਪਾਰਾ, ਉੱਚਾ ਦਾ ਮਤਲਬ ਪਦਾਰਥ ਤੋਂ ਉੱਚਾ ਹੈ, ਹਰਖ ਸੋਗ ਤੋਂ ਉੱਚਾ ਹੈ,
ਅਪਹੁੰਚ ਹੈ, ਜਿਹਦਾ ਥਾਂ ਨਹੀਂ ਪਾਇਆ ਜਾ ਸਕਦਾ, ਬੇਅੰਤ ਹੈ। ਊਣੇ ਭਰੇ ਭਰੇ ਭਰ ਊਣੇ, ਇਹ ਚਲਤ ਸੁਆਮੀ ਕੇ ਕਾਰਨ। ਇਹ ਉਹਦੇ ਚਲਿੱਤਰ, ਇਹ ਉਹਦੇ ਕੌਤਕ ਨੇ ਸੁਆਮੀ ਦੇ, ਕਾਰਨ ਬਣਾ ਕੇ ਕਰਦਾ ਹੈ। ਕੀ ਕਰਦਾ? ਊਣੇ ਜਿਹੜੇ ਖਾਲੀ ਨੇ ਉਹਨਾਂ ਨੂੰ ਭਰ ਦਿੰਦਾ, ਅਤੇ ਭਰ ਕੇ ਫਿਰ ਊਣੇ ਕਰ ਦਿੰਦਾ। ਇਸ ਤਰ੍ਹਾਂ ਆਪਣੀਆਂ ਖੇਡਾਂ ਖੇਡਦਾ ਰਹਿੰਦਾ ਹੈ। ਭਾਵ ਕਿਸੇ ਨੂੰ ਵੱਡਾ ਕਰ ਦਿੰਦਾ, ਕਿਸੇ ਨੂੰ ਛੋਟਾ ਕਰ ਦਿੰਦਾ ਹੈ। ਮੁਖ ਸਲਾਹੀ ਸੱਚੇ ਸਾਹ। ਇਸ ਕਰਕੇ ਮੇਰੀ ਇਹ ਬੇਨਤੀ ਹੈ ਵੀ ਮੈਂ ਆਪ ਜੀ ਨੂੰ ਆਪਣੇ ਮੁਖ ਤੋਂ ਸਲਾਹੁੰਦਾ ਰਹਾਂ। ਹੇ ਸੱਚੇ ਸਾਹਿਬ, ਤੇਰੀ ਸਲਾਹੁਤਾ ਕਰਦਾ ਰਹਾਂ। ਨੈਣੀ ਭੇਖਾਂ ਅਗਮ ਅਥਾਹ। ਇਹਨਾਂ ਅੱਖਾਂ ਦੇ ਨਾਲ ਅਗੰਮ ਵਾਹਿਗੁਰੂ ਆਪ ਜੀ ਦੇ ਦਰਸ਼ਨ ਕਰਾਂ। ਕਰਨੀ ਸੁਣ ਸੁਣ ਮਨ ਤਨ ਹਰਿਆ, ਮੇਰੇ ਸਾਹਿਬ ਸਗਲ ਉਦਾਹਰਣਾ। ਇਹਨਾਂ ਕੰਨਾਂ ਦੇ ਨਾਲ ਸੁਣ ਸੁਣ ਕੇ ਤੇਰੀ ਆਵਾਜ਼, ਤੇਰਾ ਨਾਮ, ਮੇਰਾ ਮਨ ਤੇ ਸਰੀਰ ਹਰਿਆ ਹੋ ਗਿਆ। ਹੇ ਮੇਰੇ ਸਾਹਿਬ, ਅਤੇ ਆਪ ਜੀ ਸਾਰਿਆਂ ਨੂੰ ਉਧਾਰਨ ਵਾਲੇ ਹੋ, ਸਾਰਿਆਂ ਦਾ ਭਲਾ ਕਰਨ ਵਾਲੇ ਹੋ। ਕਰ ਕਰ ਵੇਖੈ ਕੀਤਾ ਆਪਣਾ। ਆਪ ਜੀ ਆਪਣਾ ਕੀਤਾ ਹੋਇਆ, ਬਣਾਇਆ ਹੋਇਆ ਸ੍ਰਿਸ਼ਟੀ, ਇਹਨੂੰ ਆਪ ਵੇਖਦੇ ਹੋ। ਵੇਖ ਵੇਖ ਕੇ ਇਹਨੂੰ ਆਨੰਦਿਤ ਹੁੰਦੇ ਹੋ। ਜੀ ਜੰਤ ਸੋਈ ਹੈ ਜਪਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਚਾਹੀਦਾ ਇਹ ਹੈ ਕਿ ਜਿੰਨੇ ਜੀ ਜੰਤ ਨੇ ਉਹ ਸੋਈ ਅਕਾਲ ਪੁਰਖ ਨੂੰ ਜਪਣਾ ਚਾਹੀਦਾ, ਜਾਂ ਕਿਤੇ ਡੂੰਘੇ ਥਾਂ 'ਤੇ ਉਸ ਨੂੰ ਜਾਪ ਹੀ ਰਹੇ ਨੇ ਅਚਿੰਤ ਮਨ ਦੇ ਵਿੱਚ। ਆਪਣੀ ਕੁਦਰਤ ਆਪੇ ਜਾਣੈ, ਨਦਰੀ ਨਦਰ ਨਿਹਾਲਣਾ। ਆਪਣੀ ਬਣਾਈ ਹੋਈ ਕੁਦਰਤ ਨੂੰ ਆਪ ਹੀ ਜਾਣਦੇ ਹਨ ਸੱਚੇ ਪਾਤਸ਼ਾਹ ਜੀ। ਔਰ ਜਿਸ ਸੇਵਕ 'ਤੇ ਕਿਰਪਾ ਕਰਦੇ ਨੇ ਉਹਨੂੰ ਨਦਰੀ ਨਦਰ ਨਿਹਾਲ ਕਰ ਦਿੰਦੇ ਹਨ, ਆਨੰਦਿਤ ਕਰ ਦਿੰਦੇ ਹਨ। ਸੰਤ ਸਭਾ ਜਹ ਬੈਸਹਿ ਪ੍ਰਭ ਨਾ ਪਾਸੇ। ਸੰਤ ਸਭਾ, ਜਿੱਥੇ ਪ੍ਰਭੂ ਜਿਹੜਾ ਹੈ ਆਪਣੇ ਸਾਧੂਆਂ ਦੇ ਬਿਲਕੁਲ ਕੋਲ ਹੀ ਬਹਿੰਦਾ ਹੈ, ਨੇੜੇ ਬਹਿੰਦਾ ਹੈ। ਆਨੰਦ ਮੰਗਲ ਹਰ ਚਲਤ ਤਮਾਸ਼ੇ। ਉੱਥੇ ਬੜੇ ਆਨੰਦ, ਖੁਸ਼ੀਆਂ, ਖੇੜੇ ਅਤੇ ਚਲਿੱਤਰ, ਕੌਤਕ ਹੁੰਦੇ ਹਨ, ਤਮਾਸ਼ੇ ਹੁੰਦੇ ਹਨ, ਆਨੰਦ ਵੱਜਦਾ। ਗੁਣ ਗਾਵਹਿ ਅਨਹਦ ਧੁਨ ਬਾਣੀ, ਤਹਿ ਨਾਨਕ ਦਾਸ ਚਿਤਾਰਣਾ। ਉੱਥੇ ਵਾਹਿਗੁਰੂ ਦੇ ਗੁਣ ਕੀਰਤਨ ਰੂਪ ਵਿੱਚ ਹੁੰਦੇ ਹਨ, ਅਤੇ ਅਨਹਦ ਧੁਨੀ ਜਿਹੜੀ ਹੈ ਉਹਨਾਂ ਨੂੰ ਸੁਣਨ ਨੂੰ ਮਿਲਦੀ, ਜੋ ਬੜੀ ਰਸਦਾਇਕ ਹੈ। ਅਤੇ ਗਰੀਬ ਨਵਾਜ਼ ਜੀ ਕਹਿੰਦੇ ਹਨ, ਦਾਸ ਉਸ ਸਭਾ ਦੇ ਵਿੱਚ ਬੈਠਣ ਲਈ ਮਨ ਦੇ ਵਿੱਚ ਚਿਤਾਰਨਾ ਕਰਦਾ, ਚੇਤੇ ਕਰਦਾ ਵੀ ਉੱਥੇ ਮੇਰਾ ਵੀ ਨਿਵਾਸ ਹੋਵੇ, ਮੈਂ ਵੀ ਇਹ ਸਾਰੀਆਂ ਦਾਤਾਂ ਮਾਣ ਸਕਾਂ। ਆਵਣ ਜਾਣਾ ਸਭ ਚਲਤ ਤੁਮਹਾਰਾ। ਇਹ ਤਾਂ ਮਹਾਰਾਜ ਤੁਹਾਡਾ ਕੌਤਕ ਹੈ ਜਿਹੜਾ ਤੁਸੀਂ ਆਉਣ ਜਾਣ ਬਣਾਇਆ ਹੋਇਆ। ਕਰ ਕਰ ਦੇਖੈ ਖੇਲ ਅਪਾਰਾ। ਅਪਾਰ ਬੇਅੰਤ ਖੇਡਾਂ ਕਰ ਕਰਕੇ ਵੇਖ ਰਿਹਾ ਹੈ। ਆਪ ਉਪਾਏ ਉਪਾਵਨ ਹਾਰਾ, ਆਪਣਾ ਕੀਆ ਪਾਲਣਾ। ਆਪ ਹੀ ਉਹਨੂੰ ਪੈਦਾ ਕਰਨ ਵਾਲਾ ਸਾਰੇ ਜੀਵਾਂ ਨੂੰ, ਔਰ ਆਪ ਹੀ ਉਹਨਾਂ ਦੀ ਪਾਲਣਾ ਕਰਦਾ ਹੈ। ਸੁਣ ਸੁਣ ਜੀਵਾਂ ਸੋਏ ਤੁਮਾਰੀ। ਆਪ ਜੀ ਦੀ ਸੋਏ ਖਬਰ, ਆਪ ਜੀ ਦੀ ਗੱਲ, ਉਹ ਕਿਹਦੇ ਵਿੱਚ ਹੈ? ਗੁਰਬਾਣੀ ਦੇ ਵਿੱਚ ਹੈ, ਉਸਤਤ ਹੈ ਵਾਹਿਗੁਰੂ ਦੀ। ਸੁਣ ਸੁਣ ਜੀਵਾਂ ਸੋਏ ਤੁਮਾਰੀ। ਆਪ ਜੀ ਦੀ ਸੋਏ ਖਬਰ ਸੁਣ ਸੁਣ ਕੇ ਮੈਨੂੰ ਜੀਵਨ ਮਿਲਦਾ ਹੈ। ਸਦਾ ਸਦਾ ਜਾਈ ਬਲਿਹਾਰੀ। ਤੇਰੇ ਤੋਂ ਸਦਾ ਵਾਸਤੇ ਕੁਰਬਾਨ ਜਾਵਾਂ। ਦੋਏ ਕਰ ਜੋੜ ਸਿਮਰੋਂ ਦਿਨ ਰਾਤੀ, ਮੇਰੇ ਸੁਆਮੀ ਅਗਮ ਅਪਾਰਣਾ। ਇਹ ਮੇਰੀ ਬੇਨਤੀ ਹੈ ਕਿ ਮੈਂ ਦੋਵੇਂ ਹੱਥ ਜੋੜ ਕੇ ਦਿਨ ਰਾਤ ਤੇਰਾ ਸਿਮਰਨ ਕਰਦਾ ਰਵਾਂ। ਭਾਵ ਮਨ ਜੋੜ ਕੇ ਇਕਾਗਰ ਹੋ ਕੇ ਤੇਰਾ ਸਿਮਰਨ ਸਦਾ ਹੀ ਕਰਾਂ। ਹੇ ਮੇਰੇ ਅਗੰਮ ਅਪਹੁੰਚ ਅਤੇ ਬੇਅੰਤ ਵਾਹਿਗੁਰੂ, ਤੁਧ ਬਿਨ ਦੂਜੇ ਕਿਸ ਸਾਹ ਲਾਹੀ। ਆਪ ਜੀ ਤੋਂ ਬਿਨਾਂ ਕੋਈ ਹੋਰ ਸੁੱਝਦਾ ਹੀ ਨਹੀਂ ਹੈ। ਕਿਹਦੀ ਸਲੋਤਾ ਕਰੀਏ, ਕਿਹਦਾ ਸਿਮਰਨ ਕਰੀਏ।